ਪੰਜਾਬੀ ਹੈਸ਼ਟੈਗ ਟੀਵੀ ਦੇਖ ਰਿਹਾ ਹੈ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਹਰਪ੍ਰੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਤੁਸੀਂ ਸ਼ਾਮਲ ਹੋ ਜਾਗਦੇ ਰਹੋ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਹਰਦਿਆਲ ਸਿੰਘ ਜੀ। ਹੈਪੀ ਮਾਨ ਜੀ। ਮਾਨ ਸਾਹਿਬ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਸਭ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਤਿ ਸ੍ਰੀ ਅਕਾਲ। ਮਾਨ ਸਾਹਿਬ, ਇੱਕ ਫੈਸਲਾ ਲਿਆ ਵਾ ਫੈਡਰਲ ਸਰਕਾਰ ਨੇ ਕਿ ਹੁਵਾਵੇ ਦੇ ਜਿਹੜੇ CFO ਨੇ, ਆਪਾਂ ਨੂੰ ਪਤਾ 2 ਸਾਲਾਂ ਤੋਂ ਤਕਰੀਬਨ ਉਹ ਵੈਨਕੂਵਰ ਦੇ ਵਿੱਚ ਨਜ਼ਰਬੰਦ ਨੇ, ਉਹਨਾਂ ਦੇ ਹਸਬੈਂਡ ਤੇ ਉਹਨਾਂ ਦੇ 2 ਬੱਚਿਆਂ ਨੂੰ ਮਿਲਣ ਦੀ ਜਿਹੜੀ ਅਪਰੂਵਲ ਦਿੱਤੀ ਆ, ਉਹਦੇ ਤੇ ਆਪੋਜੀਸ਼ਨ ਦਾ ਪ੍ਰਤੀਕਰਮ ਵੀ ਆਇਆ ਕਿ ਸਾਡੇ 2 ਮਾਈਕਲ ਜਿਹੜੇ ਚਾਈਨਾ ਦੇ ਵਿੱਚ ਬੈਠੇ ਆ, ਤਕਰੀਬਨ ਉਹਨਾਂ ਨੂੰ ਵੀ 2 ਸਾਲ ਹੋ ਗਏ ਆ, ਉਹਨਾਂ ਦੇ ਕੇਸ ਦੀ ਸੁਣਵਾਈ ਵੀ ਠੀਕ ਤਰੀਕੇ ਨਾਲ ਨਹੀਂ ਹੋ ਰਹੀ। ਤੇ ਕਿਤੇ ਨਾ ਕਿਤੇ ਟਰੂਡੋ ਸਾਹਿਬ ਜਿਹੜਾ ਬੜੀ ਨਰਮਾਈ ਵਿਖਾ ਰਹੇ ਨੇ, ਔਰ ਇਸ ਤੋਂ ਇਲਾਵਾ ਹੋਰ ਕਾਫੀ ਕੁਝ ਇੰਟਰਨੈਸ਼ਨਲ ਜਿਹੜੀਆਂ ਚੇਂਜਸ ਆ ਰਹੀਆਂ ਨੇ। ਇੰਡੀਆ ਦੇ ਵਿੱਚ ਕਿਸਾਨਾਂ ਵਾਲਾ ਜਿਹੜਾ ਸਿਸਟਮ ਚੱਲ ਰਿਹਾ, ਜੇ ਆਪਾਂ ਕੈਨੇਡੀਅਨ ਪੋਲਿਟਿਕਸ ਨੂੰ, ਟਰੂਡੋ ਸਾਹਿਬ ਦੀ ਕਾਰਗੁਜ਼ਾਰੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੱਚ ਗਏ ਤੇ ਆਪੋਜੀਸ਼ਨ ਦਾ ਜਿਹੜਾ ਆਬਜੈਕਸ਼ਨ ਆ ਉਹ ਜਾਇਜ਼ ਲੱਗਦਾ ਕਿ ਇਹ ਕੈਨੇਡਾ ਦੀ ਰਵਾਇਤ ਹੀ ਆ ਜੋ ਕੁਝ ਕਰ ਰਹੇ ਨੇ ਟਰੂਡੋ ਸਾਹਿਬ, ਉਹ ਕੈਨੇਡਾ ਦੀ ਰਵਾਇਤ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਿ ਇਹਦੇ 'ਚ ਕੋਈ ਪੋਲਿਟਿਕਸ ਆ? ਦੇਖੋ, ਜਦੋਂ ਕੈਨੇਡੀਅਨ ਪੋਲਿਟਿਕਸ ਨੂੰ ਐਨਾਲਾਈਜ਼ ਕਰਦੇ ਆ ਤਾਂ ਉਹਦੇ 'ਚ ਗਵਰਨਮੈਂਟ ਆ ਤੇ ਉਹਦੇ ਵਿੱਚ ਆਪੋਜੀਸ਼ਨ ਆ। ਪਰ ਜਦੋਂ ਆਪੋਜੀਸ਼ਨ ਕਿਸੇ ਚੀਜ਼ ਨੂੰ ਪ੍ਰੋਪਰ ਐਨਾਲਾਈਜ਼ ਕਰਨ ਤੋਂ ਬਿਨਾ ਡਰਮ ਬੀਟ ਕਰਦੀ ਆ, ਢੰਡੋਰਾ ਪਿੱਟਦੀ ਆ, ਉਸ ਨੂੰ ਹਰ ਇੱਕ ਬੰਦੇ ਦੇ ਐਂਗਲ ਤੋਂ ਐਨਾਲਿਸਿਸ ਕਰਕੇ ਉਸ ਦੀ ਡੂੰਘਾਈ ਤੱਕ ਜਾਣਾ ਮੁਸ਼ਕਲ ਹੈ ਜੀ। ਆਪਾਂ ਅੱਜ ਕੋਸ਼ਿਸ਼ ਇਹ ਕਰਾਂਗੇ ਕਿ ਸਰੋਤਿਆਂ ਨੂੰ ਇਹ ਦੱਸੀਏ ਕਿ ਜਿਹੜੀ ਆਪੋਜੀਸ਼ਨ ਇਹ ਢੰਡੋਰਾ ਪਿੱਟ ਰਹੀ ਆ ਚਾਈਨਾ ਦੇ ਨਾਲ ਮਾਈਕਲਸ ਦਾ, ਕੀ ਇਹ ਸੱਚਮੁੱਚ ਹੀ ਢੰਡੋਰਾ ਪਿੱਟਣਾ ਬਣਦਾ ਹੈ ਜੀ, ਜਾਂ ਇਹਦੇ ਪਿੱਛੇ ਸਿਰਫ ਤੇ ਸਿਰਫ ਪੋਲੀਟੀਕਲ ਗੱਲ ਹੈ ਕਿ ਉਹ ਪੋਲਿਟਿਕਸ ਕਰਨਾ ਚਾਹੁੰਦੀ ਆ ਤਾਂ ਕਿ ਉਹਨਾਂ ਲੋਕਾਂ ਤੱਕ ਗੱਲ ਪਹੁੰਚੇ ਜਿਹੜੇ ਲੋਕ ਇਸ ਚੀਜ਼ ਨੂੰ ਆਧਾਰ ਬਣਾ ਕੇ ਸ਼ਾਇਦ ਉਲਟ ਹੋ ਸਕਦੇ ਨੇ ਜੀ। ਸਵਾਲ ਇਹ ਆ ਕਿ ਟਰੂਡੋ ਸਾਹਿਬ ਦੀ ਪੋਲਿਟਿਕਸ ਦੇ ਵਿੱਚ ਆਮਦ, ਲਿਬਰਲ ਪਾਰਟੀ ਦੀ ਉਸ ਸਿਸਟਮ ਦੇ ਵਿੱਚ ਆਮਦ ਜੀ ਕਦੋਂ ਹੋਈ? ਜਦੋਂ ਸੀਰੀਅਨ ਸ਼ਰਨਾਰਥੀਆਂ ਦੀ ਗੱਲ ਤੁਰੀ ਹੈ। ਬਿਲਕੁਲ। ਇੱਕ ਬੱਚੇ ਦੀ ਪਿਕਚਰ ਬੀਚ ਤੇ ਦਿਸਦੀ ਹੈ। ਹਾਂਜੀ। ਹਾਰਪਰ ਸਾਹਿਬ ਦੀ ਗਵਰਨਮੈਂਟ ਇੱਕ ਉਸ ਸੀਰੀਅਨ ਸਿਸਟਮ ਦੇ, ਰਿਫਿਊਜੀ ਸਿਸਟਮ ਦੇ ਉਸ ਪਿਕਚਰ ਨੇ ਹਿਊਮਨ ਰਾਈਟਸ ਦੇ ਪੱਖੋਂ ਹਿਲਾ ਕੇ ਰੱਖ ਦਿੱਤੀ ਕਿ ਸਾਡੀ ਜਿਹੜੀ ਕੈਨੇਡਾ ਦੀ ਛਵੀ ਹੈ ਇੰਟਰਨੈਸ਼ਨਲੀ, ਅਸੀਂ ਉਹਨੂੰ ਇੰਟਰਨੈਸ਼ਨਲੀ ਕਿੰਨੀ ਕੁ ਹਿਊਮੈਨਿਟੀ ਦੇ ਤੌਰ ਤੇ, ਹਿਊਮੈਨਿਟੇਰੀਅਨ ਸਿਸਟਮ ਦੇ ਤੌਰ ਤੇ ਹਿਊਮਨ ਰਾਈਟਸ ਨੂੰ ਮੋਹਰੇ ਰੱਖ ਕੇ ਅਸੀਂ ਉਹਨੂੰ ਟ੍ਰੀਟ ਤੇ ਡੀਲ ਕਿਵੇਂ ਕਰਦੇ ਹਾਂ ਜੀ। ਖਾਸ ਤੌਰ ਤੇ ਜੇ ਅਸੀਂ ਹਾਰਪਰ ਸਾਹਿਬ ਦੇ, ਕੈਨੀ ਸਾਹਿਬ ਦੇ ਐਰੇ ਨੂੰ ਵਾਚੀਏ, ਐਜ਼ ਅ ਕੈਨੇਡੀਅਨ ਗਵਰਨਮੈਂਟ ਸਾਡਾ ਮਿਡਲ ਈਸਟ ਦੀਆਂ ਵਾਰਸ ਦੇ ਵਿੱਚ ਜਾਣਾ ਤੇ ਉਸ ਪੱਖ ਨੂੰ ਦੇਖਣਾ ਕਿ ਜਿਹੜੀ ਡੀਸਟੇਬਲਾਈਜੇਸ਼ਨ ਉਹਨਾਂ ਕੰਟਰੀਆਂ 'ਚ ਹੋਈ ਹੈ ਤੇ ਉਸ ਡੀਸਟੇਬਲਾਈਜੇਸ਼ਨ ਦੇ, ਉਸ ਘਟਨਾ ਚੱਕਰ ਦੇ ਵਿੱਚ ਜਿਹੜੇ ਉਸ ਮੁਲਕ ਦੇ ਲੋਕ ਉਸ ਲੜਾਈ ਤੋਂ ਪ੍ਰਭਾਵਿਤ ਹੋ ਕੇ ਰਿਫਿਊਜੀ ਬਣੇ ਨੇ ਜੀ, ਉਹ ਰਿਫਿਊਜੀ ਇਸ ਕਰਕੇ ਨਹੀਂ ਬਣੇ ਕਿ ਉਹਨਾਂ ਦਾ ਚਾਅ ਆ, ਉਹ ਰਿਫਿਊਜੀ ਇਸ ਕਰਕੇ ਬਣੇ ਆ ਕਿ ਤੁਹਾਡੀ ਕੋਲੀਜਨ ਨੇ, ਤੁਸੀਂ ਰਲ ਕੇ ਉਸ ਮੁਲਕ ਤੇ ਬੰਬਾਰੀ ਕਰਨੀ, ਜੋ ਉਸ ਮੁਲਕ ਦੇ ਵਿੱਚ ਲੜਾਈ ਪੈਦਾ ਕਰਨ ਦਾ ਮਾਹੌਲ ਬਣਾਇਆ ਤੇ ਲੋਕਾਂ ਦਾ ਜਨ ਜੀਵਨ ਖਰਾਬ ਹੋਇਆ। ਸੈਕੰਡ ਪੱਖੋਂ ਦੇਖੀਏ, ਜਦੋਂ ਵੀ ਤੁਸੀਂ ਇਸ ਦੀ ਆਰਗੂਮੈਂਟ ਦੇਖਦੇ ਹੋ ਤੇ ਉਸ ਪੱਖ ਦੇ ਪੋਲੀਟੀਕਲ ਲੋਕ ਇਹ ਆਰਗੂਮੈਂਟ ਦਿੰਦੇ ਨੇ ਜੀ, ਉੱਥੇ ਦੀਆਂ ਸਰਕਾਰਾਂ ਨੂੰ ਪੁੱਛੋ ਜਿੱਥੇ ਆਹ ਹੋ ਰਿਹਾ ਸੀ, ਆਹ ਹੋ ਰਿਹਾ ਸੀ, ਉਹ ਚਾਹੁੰਦੀਆਂ ਸੀ ਵੀ ਬਹੁਤ ਤਰ੍ਹਾਂ ਦੀਆਂ ਸਰਕਾਰਾਂ ਤੁਹਾਡੇ ਮੁਲਕ ਦੇ ਵਿੱਚ ਵੀ ਦਖਲਅੰਦਾਜ਼ੀ ਤੇ ਜ਼ਬਰਦਸਤੀ ਚਾਹੁੰਦੀਆਂ ਨੇ ਜੋ ਇੱਥੇ ਚੰਗਾ ਨਹੀਂ ਹੋ ਰਿਹਾ ਜੀ ਜੀ। ਕੀ ਫਿਰ ਤੁਸੀਂ ਉਹਨਾਂ ਨੂੰ ਆਮਦ ਦਿੰਦੇ ਹੋ ਕਿ ਇੱਥੇ ਆ ਕੇ ਡੀਸਟੇਬਲਾਈਜੇਸ਼ਨ ਕਰਨ? ਨਹੀਂ ਦਿੰਦੇ। ਜਦੋਂ ਹੁਣ ਤੁਸੀਂ ਟਰੂਡੋ ਸਾਹਿਬ ਨੂੰ ਉਸ ਐਂਗਲ ਤੋਂ ਵਾਚ ਕਰਦੇ ਹੋ ਤੇ ਟਰੂਡੋ ਸਾਹਿਬ ਦਾ ਹਰ ਇੱਕ ਉਹ ਜਿਹੜਾ ਇੰਟਰਨੈਸ਼ਨਲ ਸਿਸਟਮ ਤੇ ਖਾਸ ਕਰ ਹਿਊਮਨ ਰਾਈਟਸ ਦੇ ਤੌਰ ਤੇ ਵਾਚ ਕਰਦੇ ਹੋ ਜੀ, ਤੇ ਟਰੂਡੋ ਸਾਹਿਬ ਨੇ ਕਦੇ ਵੀ ਆਪਣੀ ਜਿਹੜੀ ਇੱਕ ਐਸਟੈਬਲਿਸ਼ਮੈਂਟ ਕੀਤੀ ਆ ਕਿ ਉਹ ਇੱਕ ਯੰਗ ਕੈਨੇਡੀਅਨ ਨੇ ਜਿਹੜੇ ਹਿਊਮੈਨਿਟੀ ਨੂੰ ਪਿਆਰ ਕਰਦੇ ਨੇ,
ਤੇ ਹਿਊਮਨ ਰਾਈਟਸ ਦੀ ਗੱਲ ਕਰਨ ਤੋਂ ਕਿਸੇ ਵੀ ਪੋਲੀਟੀਕਲ ਖਿਮਿਆਜਾ ਭੁਗਤਣ ਲਈ ਰੈਡੀ ਡਰਦੇ ਨਹੀਂਗੇ, ਪਰ ਆਪਣੀ ਉਸ ਸੋਚ ਤੋਂ ਪਰੇ ਨਹੀਂ ਹੋਣਾ ਚਾਹੁੰਦੇ ਜੀ। ਦੋ ਮੁਲਕ ਇੰਡੀਪੈਂਡੈਂਟ ਮੁਲਕ ਹੈ। ਚਾਈਨਾ ਦਾ ਆਪਣਾ ਲਾਅ ਆ, ਆਪਣਾ ਰੂਲਸ ਐਂਡ ਰੈਗੂਲੇਸ਼ਨ ਆ, ਇੰਡੀਪੈਂਡੈਂਟ ਮੁਲਕ ਹੈ। ਉਸ ਦੇ ਸਿਸਟਮ ਨੂੰ ਉਹ ਲੋਕ ਜਾਣਦੇ ਨੇ, ਚਾਹੇ ਉਹ ਜੁਡੀਸ਼ਰੀ ਹੈ, ਚਾਹੇ ਉਹ ਬਿਊਰੋਕ੍ਰੈਟਿਕ ਹੈ, ਚਾਹੇ ਉਹ ਪੋਲਿਟਿਕਸ ਹੈ। ਜੀ। ਕੈਨੇਡਾ ਆਪਣੇ ਸਿਸਟਮ ਨੂੰ ਜਾਣਦਾ, ਚਾਹੇ ਉਹ ਜੁਡੀਸ਼ਰੀ ਹੈ, ਚਾਹੇ ਉਹ ਬਿਊਰੋਕ੍ਰੈਟਿਕ ਹੈ, ਚਾਹੇ ਉਹ ਪੋਲਿਟਿਕਸ ਹੈ। ਜੀ। ਆਮ ਤੌਰ ਤੇ ਆਪਾਂ ਪੰਜਾਬੀ ਚ ਕਹਿੰਦੇ ਹੁੰਦੇ ਵੀ ਜੇ ਮਾੜਾ ਬੰਦਾ ਆਪਣਾ ਮਾੜਾਪਨ ਨਹੀਂ ਛੱਡਦਾ ਤੇ ਚੰਗਾ ਬੰਦਾ ਆਪਣਾ ਚੰਗਾਪਨ ਕਿੱਦਾਂ ਛੱਡ ਦੇਗਾ? ਕਿਉਂਕਿ ਇਹ ਤਾਂ ਇੰਡੀਵਿਜੂਅਲ ਦੀ ਆਪਣੀ ਆ ਨਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਆਪੋਜੀਸ਼ਨ ਨੂੰ ਸੇਬ ਨਾਲ ਸੇਬ ਹੀ ਮੈਚ ਕਰਕੇ ਵੇਖਣਾ ਚਾਹੀਦਾ, ਸੇਬ ਨਾਲ ਬੇਰ ਜਾਂ ਅੰਗੂਰ ਨਹੀਂ ਮੈਚ ਕਰਨਾ ਚਾਹੀਦਾ। ਮੈਚ ਕਰਨਾ ਵੀ ਨਹੀਂ ਚਾਹੀਦਾ ਤੇ ਮੈਚ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਵੀ ਚਾਹੀਦਾ ਕਿ ਮੈਂ ਉਸ ਤੋਂ ਅੱਗੇ ਜਾਣਾ ਵੀ ਮੈਂ ਕਿਉਂ ਇਹ ਦਲੀਲ ਦਿੱਤੀ ਹੈ ਕਿ ਉਹ ਕਿਉਂ ਇਸ ਗੱਲ ਨੂੰ ਕਰਨ ਦੇ ਲਈ ਉਹਨਾਂ ਨੂੰ ਨਹੀਂ ਸੀ ਹੋਣਾ ਚਾਹੀਦਾ। ਹਾਂਜੀ। ਜੋ ਟਰੂਡੋ ਸਾਹਿਬ ਕਰ ਰਹੇ ਨੇ ਉਹ ਇਹ ਕਰ ਰਹੇ ਨੇ ਕਿ ਕੈਨੇਡਾ ਅੰਡਰ ਗਵਰਨਮੈਂਟ ਆਫ ਲਿਬਰਲ ਐਂਡ ਅੰਡਰ ਜਸਟਿਨ ਟਰੂਡੋ ਜੀ, ਮੈਂ ਹਿਊਮਨ ਰਾਈਟਸ ਲਈ ਇੱਕ ਐਸਟੈਬਲਿਸ਼ਮੈਂਟ ਕੀਤੀ ਹੈ। ਮੈਂ ਉਸ ਐਸਟੈਬਲਿਸ਼ਮੈਂਟ ਦੇ ਹਿੱਸੇ ਦੇ ਵਿੱਚ ਜੋ ਕੈਨੇਡੀਅਨ ਪਰੰਪਰਾਵਾਂ ਨੇ, ਜੀ, ਜੋ ਜਸਟਿਨ ਟਰੂਡੋ ਦਾ ਵਿਜ਼ਨ ਹੈ ਹਿਊਮੈਨਿਟੀ ਲਈ, ਜੋ ਜਸਟਿਨ ਟਰੂਡੋ ਦਾ ਵਿਜ਼ਨ ਹੈ ਹਿਊਮਨ ਰਾਈਟਸ ਲਈ, ਮੈਂ ਉਸ ਤੇ ਪਹਿਰਾ ਦੇਣਾ। ਫਿਰ ਉਹਨੇ ਉਹਨਾਂ ਤੇ ਦਿੱਤਾ ਜੇ ਜਸਟਿਨ ਟਰੂਡੋ ਉਹੀ ਕੰਮ ਕਰਨ ਜੀ ਜੋ ਬਾਕੀ ਪੋਲੀਟੀਸ਼ੀਅਨ ਕਰਦੇ ਨੇ, ਫਿਰ ਬਾਕੀ ਪੋਲੀਟੀਸ਼ੀਅਨਾਂ ਤੇ ਜਸਟਿਨ ਟਰੂਡੋ 'ਚ ਫਰਕ ਕੀ ਹੋਇਆ? ਬਿਲਕੁਲ। ਜੇ ਜਸਟਿਨ ਟਰੂਡੋ ਉਹੀ ਕਰਨ ਜੋ ਚਾਈਨਾ ਦਾ ਰਜੀਮ ਕਰਦਾ, ਜਿਸ ਨੂੰ ਇਹ ਨਿੰਦਦੇ ਨੇ, ਤੇ ਫਿਰ ਚਾਈਨਾ ਦੇ ਰਜੀਮ 'ਚ ਤੇ ਕੈਨੇਡਾ ਦੀ ਉਸ ਧਰਤੀ ਦੇ ਉੱਤੇ ਜਦੋਂ ਆਪਾਂ ਕਹਿੰਦੇ ਆ ਵੀ ਫਕਰ ਨਾਲ ਬੰਦਾ ਕਹਿੰਦਾ ਮੈਂ ਮਨੁੱਖਤਾ ਦੀ ਆਜ਼ਾਦੀ ਦੀ ਗੱਲ ਇੱਥੇ ਹੁੰਦੀ ਆ, ਫਿਰ ਉਹਦੇ 'ਚ ਫਰਕ ਕਿੱਦਾਂ ਮਹਿਸੂਸ ਹੋਏਗਾ? ਇਹ ਫਰਕ ਉਦੋਂ ਹੀ ਮਹਿਸੂਸ ਹੁੰਦਾ ਹੈ ਜਦੋਂ ਤੁਹਾਡਾ ਲੀਡਰ ਆਪਣੇ ਇਰਾਦੇ ਤੋਂ ਦ੍ਰਿੜ ਆਪਣੇ ਚੰਗੇਪਨ ਨੂੰ ਨਹੀਂ ਛੱਡਦਾ ਜੀ। ਜਾਂ ਤਾਂ ਹੁਣ ਆਪੋਜੀਸ਼ਨ ਇਹ ਕਵੇ ਵੀ ਭਾਈ ਟਰੂਡੋ ਸਾਹਿਬ ਤੇ ਲਿਬਰਲ ਗਵਰਨਮੈਂਟ ਕੈਨੇਡੀਅਨ ਕਨਸਟੀਟਿਊਸ਼ਨਲ ਵੈਲਿਊਜ਼ ਨੂੰ, ਜਿਹੜੀਆਂ ਹਿਊਮਨ ਰਾਈਟਸ ਦੀ ਹਾਮੀ ਭਰਦੀਆਂ ਨੇ ਜੀ, ਉਹਨਾਂ ਨੂੰ ਛੱਡ ਕੇ ਚਾਈਨਾ ਦੇ ਡਿਕਟੇਟਰ ਵਰਗਾ ਰੋਲ ਅਖਤਿਆਰ ਕਰੇ। ਬਿਲਕੁਲ। ਚਾਈਨਾ ਵਾਲਾ ਨਿਜ਼ਾਮ ਤਾਂ ਕੈਨੇਡਾ 'ਚ ਆ ਨਹੀਂ ਸਕਦਾ, ਉਹ ਸਾਨੂੰ ਐਕਸੈਪਟੇਬਲ ਵੀ ਨਹੀਂ ਹੋਊਗਾ ਆਮ ਕੈਨੇਡੀਅਨ ਨੂੰ ਵੀ ਤੇ ਆਪੋਜੀਸ਼ਨ ਨੂੰ ਤਾਂ ਕਦੀ ਵੀ ਨਹੀਂ ਹੋਊਗਾ। ਮੈਨੂੰ ਲੱਗਦਾ ਕਿ ਜੋ ਜਸਟਿਨ ਟਰੂਡੋ ਸਾਹਿਬ ਨੇ ਕੀਤਾ ਜੀ, ਇੱਕ ਦੁਨੀਆ ਭਰ ਦੇ ਪੋਲੀਟੀਸ਼ੀਅਨਸ ਦੇ ਲਈ ਇੱਕ ਮੈਸੇਜ ਹੈ ਕਿ ਤੁਸੀਂ ਆਪਣੀ ਆਇਡੈਂਟੀਟੀ ਨੂੰ, ਆਪਣੇ ਮੋਰਲ ਵੈਲਿਊ ਸਿਸਟਮ ਨੂੰ, ਆਪਣੇ ਐਥੀਕਲ ਵੈਲਿਊ ਸਿਸਟਮ ਨੂੰ ਤੇ ਆਪਣੇ ਦੇਸ਼ ਦੇ ਕਨਸਟੀਟਿਊਸ਼ਨ ਨੂੰ ਜੇ ਸਹੀ ਮਾਇਨਿਆਂ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ ਤੇ ਤੁਹਾਨੂੰ ਪੋਲੀਟੀਕਲ ਸਿਸਟਮ ਤੋਂ ਉੱਤੇ ਉੱਠ ਕੇ ਹਿਊਮੈਨਿਟੀ ਦਾ ਸਿਸਟਮ ਅਪਣਾਉਣਾ ਪੈਣਾ ਹੈ ਜੀ, ਜਿਹੜਾ ਟਰੂਡੋ ਸਾਹਿਬ ਪਿਛਲੇ ਟਾਈਮਾਂ 'ਚ ਅਪਣਾਉਂਦੇ ਆਏ ਨੇ। ਬਿਲਕੁਲ। ਆਪਾਂ ਉਹਨਾਂ ਦਾ ਇੰਡੀਅਨ ਫਾਰਮ ਐਜੀਟੇਸ਼ਨ ਦੇ ਬਿਆਨ ਤੇ ਵੀ ਗੱਲ ਕਰਾਂਗੇ, ਪਰ ਪਹਿਲਾਂ ਆਪਾਂ ਇਸ ਨੂੰ ਸਮ ਅਪ ਕਰੀਏ ਕਿ ਅੱਜ ਦੁਨੀਆ ਦੇ ਕਿਸੇ ਵੀ ਕੋਨੇ ਤੇ ਸਰਕਾਰਾਂ ਦੂਜੇ ਸਰਕਾਰਾਂ ਦੇ ਨਾਲ ਇੱਟ ਖੜਕੇ ਦਾ ਵੈਰ ਲੈਂਦੀਆਂ ਨੇ ਕਿ ਜੇ ਉਹ ਸਾਡੇ ਮੁਲਕ ਨਾ ਕਰਦਾ ਤਾਂ ਅਸੀਂ ਉਹ ਕਰਦੇ। ਤੁਸੀਂ ਗਵਾਂਢੀ ਮੁਲਕ ਦੇਖ ਲਓ, ਕਿੰਨੀ ਵਾਰ ਸਾਡੇ ਤੇ ਟੈਰਿਫਸ ਲੱਗੇ ਨੇ ਅਮਰੀਕਾ ਵੱਲੋਂ, ਬਿਲਕੁਲ, ਅੰਡਰ ਟਰੰਪ ਇੰਸਟੀਟਿਊਸ਼ਨ, ਕਿੰਨੀ ਵਾਰ ਸਾਡੇ ਤੇ ਵਾਰ ਹੋਈ ਆ। ਪਰ ਅਸੀਂ ਜਿੱਥੇ ਤੱਕ ਤੇ ਬਿਜ਼ਨਸ ਮਾਡਲ ਸੀ ਉੱਥੇ ਤਾਂ ਰਿਟੈਲੀਏਟ ਕੀਤਾ ਹੈ, ਪਰ ਜਿੱਥੇ ਲੋਕ ਬਾਰਡਰ ਕ੍ਰਾਸ ਕਰਕੇ ਉਹ ਇੱਥੇ ਆ ਕੇ ਸ਼ਰਨਾਰਥੀ ਬਣਨਾ ਚਾਹੁੰਦੇ ਸੀ, ਆ ਕੇ ਅਸਾਈਲਮ ਲੈਣਾ ਚਾਹੁੰਦੇ ਸੀ, ਜੀ ਜੀ, ਅਸੀਂ ਉਹਨੂੰ ਇੱਕ ਨਿਆਰਾਪਨ ਤੇ ਵੱਖਰਾਪਨ ਟਰੂਡੋ ਸਾਹਮਣੇ ਦਿਖਾਇਆ। ਠੀਕ ਹੈ, ਮੈਂ ਕਿ ਟ੍ਰੇਡ ਪਾਲਿਸੀ ਸਾਡੀ ਹੋ ਸਕਦੀ, ਅਸੀਂ ਗਿਵ ਐਂਡ ਟੇਕ 'ਚ ਆ ਸਕਦੇ ਹਾਂ, ਪਰ ਜਿੱਥੇ ਸਾਡੇ ਮਨੁੱਖਤਾ ਦੇ ਅਸੂਲਾਂ ਦੀ ਗੱਲ ਆਉਂਦੀ ਉਹ ਸਾਡੇ ਅਸੂਲ ਹੈ ਜੀ। ਹੁਣ ਇਹ ਗੱਲ ਆਪੋਜੀਸ਼ਨ ਤੇ ਪੁੱਛਣੀ ਬਣਦੀ ਆ, ਜੇ ਤੁਸੀਂ ਇਹ ਸਮਝਦੇ ਹੋ ਵੀ ਚਾਈਨਾ ਦੇ ਵਿੱਚ ਉਸ ਦੋ ਮਾਈਕਲਸ ਨੂੰ ਉਹ ਟ੍ਰੀਟਮੈਂਟ ਨਹੀਂ ਮਿਲ ਰਹੀ, ਹਾਂਜੀ, ਤੇ ਤੁਹਾਨੂੰ ਲੱਗਦਾ ਹੈ ਕਿ ਜਸਟਿਨ ਟਰੂਡੋ ਸਾਹਿਬ ਨੂੰ ਉਹਨਾਂ ਦੇ ਲਈ ਉਹੀ ਪਾਲਿਸੀ ਅਪਣਾਉਣੀ ਚਾਹੀਦੀ ਜਿਹੋ ਜੀ ਲੈਂਗੁਏਜ ਉਹ ਗੱਲ ਕਰਦੇ ਨੇ। ਫਿਰ ਆਪਾਂ ਬ੍ਰਿਟਿਸ਼ ਦੇ ਅੰਦਰ ਜੱਗੀ ਜੌਲ ਦੀ ਗੱਲ ਕਰ ਲਓ, ਹਾਂਜੀ, ਇੰਡੀਆ ਦੇ ਵਿੱਚ ਬਿਲਕੁਲ, ਕਿ ਬ੍ਰਿਟਿਸ਼ਰਸ ਨੇ ਉਹ ਪਾਲਿਸੀ ਇੰਡੀਆ ਨਾਲ ਅਪਣਾਈ ਹੈ? ਨਹੀਂ। ਉਹ ਇਹ ਕਹਿ ਰਹੇ ਨੇ ਕਿ ਠੀਕ ਆ, ਅਸੀਂ ਫਿਕਰ ਮੰਨਦੇ ਹਾਂ, ਅਸੀਂ ਇੱਜ਼ਤ ਹੈ ਆਪਣੇ ਬੰਦੇ ਦੀ, ਪਰ ਅਸੀਂ ਤੁਹਾਡੇ ਨਾਲ ਉਹ ਕੰਮ ਨਹੀਂ ਕਰਨਾ ਜੋ ਤੁਸੀਂ ਕਰ ਰਹੇ ਹੋ। ਤੁਹਾਡਾ ਆਪਣਾ
ਜੁਡੀਸ਼ਰੀ ਆ, ਤੁਹਾਡਾ ਆਪਣਾ ਸਿਸਟਮ ਜੀ। ਤੁਸੀਂ ਉਸ ਦੇ ਨਾਲ ਕਰ ਲਓ। ਇਹ ਕੰਮ ਚਾਈਨਾ ਦੀ ਗੱਲ ਹੈ। ਜੀ ਜੀ। ਜੇ ਤੁਹਾਨੂੰ ਚਾਈਨਾ ਦੇ ਨਾਲ ਇਹ ਲੱਗਦਾ ਹੈ, ਫਿਰ ਤੁਸੀਂ ਇਹ ਦੇਖੋ ਵੀ ਇੰਟਰਨੈਸ਼ਨਲੀ ਜੀ ਜੋ ਇੰਡੀਆ ਦੇ ਵਿੱਚ ਅੱਜ ਹੋ ਰਿਹਾ, ਇਹ ਆਪੋਜੀਸ਼ਨ ਇੰਡੀਆ ਦੇ ਲਈ ਕਿਉਂ ਨਹੀਂ ਉਹੀ ਕਰਦੀ ਕਿ ਜਦੋਂ ਜੇ ਟਰੂਡੋ ਸਾਹਿਬ ਇੰਡੀਆ ਦੇ ਹਿਊਮਨ ਰਾਈਟਸ ਤੇ ਗੱਲ ਕਰਕੇ ਕੁਝ ਕਰਦੇ ਨੇ ਜੀ, ਤਾਂ ਆਪੋਜੀਸ਼ਨ ਤੇ ਇਹਨਾਂ ਦੇ ਭਾਈਵਾਲ ਕਹਿਣ ਲੱਗ ਪੈਂਦੇ ਨੇ ਜੀ ਇੰਡੀਆ ਦੇ ਨਾਲ ਬਿਜ਼ਨਸ ਨੂੰ ਧੱਕਾ ਲੱਗੇਗਾ, ਇੰਡੀਆ ਦੇ ਖਿਲਾਫ ਆ ਗੱਲ ਨਾ ਕਰੋ। ਹਾਂਜੀ। ਸਾਡਾ ਅੱਜ ਦੇ ਪ੍ਰੋਗਰਾਮ ਦਾ ਮੀਨਿੰਗ ਇਹ ਨਹੀਂ ਕਿ ਲਿਬਰਲ ਸਰਕਾਰ ਕੋਈ ਇੰਡੀਆ ਦੇ ਮੁਲਕ ਨਾਲ ਦੁਸ਼ਮਣੀ ਕਰੇ, ਬਿਲਕੁਲ ਮੀਨਿੰਗ ਇਹ ਨਹੀਂ ਕਿ ਅਸੀਂ ਕਹੀਏ ਕਿ ਗਵਰਨਮੈਂਟ ਨੂੰ ਆਪਣੀਆਂ ਗਵਰਨਮੈਂਟਾਂ ਦੇ ਨਾਲ ਰਲ ਕੇ ਕੰਮ ਨਹੀਂ ਕਰਨਾ। ਨਹੀਂ, ਡਿਪਲੋਮੈਟਿਕ ਸੰਬੰਧ ਤਾਂ ਸਾਡੇ ਰਹਿਣੇ ਚਾਹੀਦੇ, ਪਰ ਜਿਹੜੇ ਸਾਡੀ ਵੈਲਿਊਜ਼ ਨੇ ਜਿਹੜੀਆਂ ਸਦੀਆਂ ਤੋਂ ਚਲੀਆਂ ਆ ਰਹੀਆਂ ਨੇ, ਇਹ ਆ ਖਾਸ ਕਰ ਸੀਪੀਸੀ ਦੀ ਕੰਜ਼ਰਵੇਟਿਵ ਫੈਡਰਲ ਨੂੰ ਜੀ, ਜਿਹੜੇ ਵੀ ਉਹ ਲੋਕ, ਖਾਸ ਕਰ ਮੈਂ ਟਿਮ ਸਾਹਿਬ ਦਾ ਵੀ ਖੈਰ ਬਿਆਨ ਦੇਖਿਆ ਜੀ, ਵੀ ਤੁਸੀਂ ਪਹਿਲੋਂ ਆਪਣੇ ਲੀਡਰ ਕੋਲੋਂ ਤੇ ਉਸ ਦੇ ਬਿਆਨਾਂ ਦੀ ਸੁਧਾਈ ਕਰ ਲਓ ਜਿਹੜੀ ਸਿੱਖਾਂ ਦੇ ਖਿਲਾਫ ਦਿੱਤੀ ਗਈ। ਤੁਸੀਂ ਪਹਿਲੋਂ ਇੱਕ ਪਾਸਾ ਤੇ ਅਦਾ ਕਰ ਲਓ ਕਿ ਤੁਸੀਂ ਕਿਸ ਰਜੀਮ ਨੂੰ ਕਿਸ ਹੱਦ ਤੱਕ ਐਕਸੈਪਟ ਕਰਦੇ ਹੋ। ਜੀ। ਚਾਈਨਾ ਦੇ ਵਿੱਚ ਜੋ ਹੋ ਰਿਹਾ ਉਹਦੇ ਨਾਲ ਅਸੀਂ ਸਹਿਮਤੀ ਨਹੀਂ ਪ੍ਰਗਟ ਕਰਦੇ, ਬਿਲਕੁਲ ਕਰਨੀ ਵੀ ਨਹੀਂ ਚਾਹੀਦੀ, ਕਰਨੀ ਵੀ ਨਹੀਂ ਚਾਹੀਦੀ ਜੀ, ਪਰ ਅਸੀਂ ਨਾਲ ਇੰਡੀਆ ਤੇ ਹੋਰ ਮੁਲਕ ਜਿੱਥੇ ਹਿਊਮਨ ਰਾਈਟਸ ਦਾ ਘਾਣ ਹੋਇਆ ਅਸੀਂ ਉਹਨਾਂ ਨੂੰ ਵੀ ਉਸੇ ਕਟਹਿਰੇ 'ਚ ਖੜਾ ਕਰਦੇ ਹਾਂ ਜਿਨ੍ਹਾਂ 'ਚ ਚਾਈਨਾ ਨੂੰ ਖੜਾ ਕਰਨਾ। ਜੀ। ਜਾਂ ਤਾਂ ਤੁਸੀਂ ਆਪਣਾ ਕਰੈਕਟਰ ਦੱਸੋ ਲੋਕਾਂ ਨੂੰ ਵੀ ਅਸੀਂ ਪੋਲੀਟੀਕਲ ਵੋਟਾਂ ਲੈਣੀਆਂ, ਜੀ, ਅਸੀਂ ਚਾਈਨਾ ਤੋਂ ਬਿਨਾਂ ਕਿਤੇ ਹਿਊਮਨ ਰਾਈਟਸ ਦੀ ਗੱਲ ਹੀ ਨਹੀਂ ਕਰਨੀ। ਲੋਕ ਸਮਝ ਜਾਣ ਯਾਰ ਇਹਨਾਂ ਦੇ ਸਾਡੀ ਮਤਲਬ ਜਾਂ ਇੱਕ ਪਾਲਿਸੀ ਆਪਣੀ ਪਾਰਟੀ ਆਪਣੀ ਪਾਲਿਸੀ ਕਲੀਅਰ ਕਰਦੇ ਕਿ ਸਾਡੀ ਪਾਲਿਸੀ ਆ ਵਾ, ਅਸੀਂ ਇਹਨਾਂ ਗੱਲਾਂ ਤੇ ਖੜਾਂਗੇ, ਇਹਨਾਂ ਤੇ ਨਹੀਂ ਖੜਾਂਗੇ, ਚਾਹੇ ਉਹ ਸਾਡੀਆਂ ਪੁਰਾਤਨ ਕੈਨੇਡੀਅਨ ਵੈਲਿਊਜ਼ ਹੈਗੀਆਂ ਜਾਂ ਨਹੀਂ ਹੈਗੀਆਂ। ਪਰ ਜੇ ਅਸੀਂ ਕੈਨੇਡੀਅਨ ਪੋਲਿਟਿਕਸ ਕਰਨੀ ਆ, ਕੈਨੇਡੀਅਨ ਕਨਸਟੀਟਿਊਸ਼ਨ ਨੂੰ ਤੁਰਾ ਰੱਖਣਾ, ਕੈਨੇਡੀਅਨ ਵੈਲਿਊ ਸਿਸਟਮ ਨੂੰ ਤੁਰਾ ਰੱਖਣਾ, ਜੀ, ਫਿਰ ਸਾਨੂੰ ਜਾਂ ਤਾਂ ਹਰ ਇੱਕ ਮੁਲਕ ਦੀ ਸਰਕਾਰ ਜਿਹੜੀ ਵੀ ਹਿਊਮਨ ਰਾਈਟਸ ਦਾ ਘਾਣ ਕਰਦੀ ਹੈ ਜੀ, ਉਸ ਦੇ ਖਿਲਾਫ ਇੱਕ ਸੁਰ ਹੋ ਕੇ ਗੱਲ ਕਰਨੀ ਪਏਗੀ, ਜਾਂ ਫਿਰ ਅਸੀਂ ਪਿਕ ਐਂਡ ਚੂਜ਼ ਨਹੀਂ ਕਰ ਸਕਦੇ। ਜੀ। ਮੈਨੂੰ ਲੱਗਦਾ ਕਿ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟਸ ਨੂੰ ਪਹਿਲੋਂ ਆਪਣੀ ਪਾਰਟੀ 'ਚ ਬਹਿ ਕੇ ਖਾਸ ਕਰ ਦੋ ਮੇਜਰ ਧਿਰਾਂ ਚਾਈਨਾ ਤੇ ਇੰਡੀਆ, ਸਾਊਥ ਏਸ਼ੀਆ ਦੀ, ਮਿਡਲ ਈਸਟ, ਅੱਜ ਮਿਡਲ ਈਸਟ ਦੇ ਵਿੱਚ ਸੀਰੀਅਨ, ਅਫਗਾਨੀ, ਹੋਰ ਸਾਰੇ ਮੁਲਕਾਂ ਦੇ ਲੋਕਾਂ ਦਾ ਕੀ ਹਾਲ ਆ। ਕਿਸੇ ਮੌਕੇ ਤੇ ਇਰਾਨ ਪੈਰਿਸ ਹੁੰਦਾ ਸੀ, ਜੀ, ਇਹ ਡਿਸਾਈਡ ਕਰਨ ਕਿ ਇਰਾਨ ਇਰਾਕ ਦੇ ਵੇਲੇ ਇਰਾਨ ਨੂੰ ਤੇ ਇਰਾਕ ਨੂੰ ਹਥਿਆਰ ਕਿਹਨੇ ਵੰਡੇ ਨੇ। ਜੀ। ਉਹੀ ਮੁੜ ਕੇ ਜਦੋਂ ਕੁਵੈਤੀ ਤੇ ਦੂਜੇ ਪਾਸੇ ਲਿਬਨਾਨ ਤੇ ਸੀਰੀਆ ਦੀ ਗੱਲ ਆਈ ਉਦੋਂ ਹਥਿਆਰ ਕਿਹਨੇ ਵੰਡੇ ਨੇ। ਇਹ ਪਹਿਲੋਂ ਸੋਚ ਕੇ ਕਲੀਅਰ ਕਰ ਲੈਣ ਵੀ ਇਹਨਾਂ ਦੀ ਪਾਲਿਸੀ ਸਿਸਟਮ ਦੇ ਅੰਦਰ ਜੀ ਹਿਊਮਨ ਰਾਈਟਸ ਕੰਟਰੀ ਟੂ ਕੰਟਰੀ ਬਦਲਦੀਆਂ ਨੇ। ਵੈਸੇ ਇਹਦੇ ਤੇ ਮਾਨ ਸਾਹਿਬ ਆਪਾਂ ਇੱਕ ਦਿਨ ਨਾ ਸਪੈਸ਼ਲੀ ਗੱਲ ਕਰਾਂਗੇ, ਇਹ ਆਪਣੇ ਦਰਸ਼ਕਾਂ ਦੀ ਆਈ ਹੀ ਡਿਮਾਂਡ ਕਿ ਜਿਹੜੀ ਪਾਰਟੀ ਦੀਆਂ ਇੰਟਰਨਲ ਪਾਲਿਸੀਜ਼ ਹੁੰਦੀਆਂ ਉਹ ਕਿਵੇਂ ਬਣਦੀਆਂ ਨੇ, ਕਿ ਜਿਹੜੀਆਂ ਪਾਰਟੀ ਇੰਟਰਨਲ ਪਾਲਿਸੀਜ਼ ਬਣਾਉਂਦੀਆਂ ਵਾ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਪਾਲਿਸੀ ਹਰੇਕ ਪਾਰਟੀ ਬਣਾਉਂਦੀ ਆ, ਔਰ ਉਹਦੇ ਤੇ ਜਿਹੜਾ ਵਾ ਉਹ ਕਨਸਟੀਟਿਊਸ਼ਨ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਵਾ ਕਿ ਸਿਰਫ ਲੋਕਾਂ ਦਾ ਕੀ ਹਾਵ ਭਾਵ ਹੈ, ਵੋਟਾਂ ਨੂੰ ਕਿਵੇਂ ਲੋਕਾਂ ਨੂੰ ਵੋਟਾਂ 'ਚ ਕਨਵਰਟ ਕਰਨਾ, ਉਹਦਾ ਧਿਆਨ ਰੱਖਿਆ ਜਾਂਦਾ ਵਾ। ਇਹ ਫਿਰ ਆਪਾਂ ਇਹਨੂੰ ਇੱਥੇ ਛੱਡ ਦਿੰਦੇ, ਇਹਨੂੰ ਕੰਮ ਕਰਦੇ ਆ। ਸੋ ਇਹ ਹੈਗਾ। ਹੁਣ ਆਪਾਂ ਗੱਲ ਕਰਦੇ ਆ ਟਰੂਡੋ ਸਾਹਿਬ ਦੀ ਨੈਕਸਟ ਜਦੋਂ ਫਾਰਮਿੰਗ ਐਜੂਕੇਸ਼ਨ ਦੀ ਗੱਲ ਹੋਈ ਜੀ, ਜਾਂ ਪ੍ਰੀਵੀਅਸਲੀ ਉਹਨਾਂ ਦੇ ਇੰਡੀਆ ਦੇ ਟ੍ਰਿਪ ਦੀ ਗੱਲ ਹੋਈ, ਉਹਨਾਂ ਨੇ ਕਦੇ ਵੀ ਸਿੱਖ ਸ਼ਬਦ ਇਨ ਪਾਰਟਿਕੂਲਰ ਵਰਤਿਆ ਨਹੀਂ। ਬਿਲਕੁਲ। ਉਹਨਾਂ ਨੇ ਹਮੇਸ਼ਾ ਹੀ ਹਿਊਮਨ ਰਾਈਟਸ ਦੀ ਗੱਲ ਕੀਤੀ ਆ, ਔਰ ਉਹਨਾਂ ਨੇ ਪ੍ਰਾਊਡ ਲਿਆ ਹੈਗਾ ਕਿ ਮੇਰੀ ਕੈਬਨਿਟ 'ਚ ਸਿੱਖ ਹੈਗੇ ਨੇ, ਬਾਕੀ ਵੀ ਹੈਗੇ ਨੇ, ਪਰ ਬੜੀ ਵਿਸ਼ਾਲ ਤੇ ਡਿਵਰਸ ਕੈਬਨਿਟ ਹੈ। ਉਹ ਤਾਂ ਦੇਖੋ ਜੀ ਸਾਡੇ ਮੁਲਕ ਦਾ ਕਲਚਰ ਹੈ, ਮਲਟੀ ਕਲਚਰਿਜ਼ਮ ਹੈ, ਮਲਟੀ ਰਿਲੀਜਨਸ ਨੇ, ਉਹ ਤਾਂ ਸਾਡੇ ਮੁਲਕ ਦਾ ਕਲਚਰ ਹੈ। ਜੇ ਕੈਬਨਿਟ ਦੇ ਵਿੱਚ ਹੈਗੇ ਸਿੱਖ, ਦੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ, ਅਸੀਂ ਮੁਲਕ ਲਈ ਕੰਟਰੀਬਿਊਟ ਕਰ ਰਹੇ ਹਾਂ। ਸੋ ਅੱਜ ਜੋ ਕੁਝ ਕਿਸਾਨੀ ਸੰਘਰਸ਼ ਦੇ ਲਈ ਜੀ, ਅੱਜ ਉੱਥੇ ਜੋ ਕੁਝ ਉਹਨਾਂ ਕਿਸਾਨਾਂ ਨਾਲ ਹੋ ਰਿਹਾ, ਜਿਸ ਤਰੀਕੇ ਨਾਲ ਇੰਡੀਆ ਦਾ ਕੋਰਟ ਸਿਸਟਮ ਈਵਨ ਇੰਟਰਵੀਨ ਕਰਕੇ ਉਸ ਸਿਸਟਮ ਨੂੰ ਦੇਖਦਾ ਹੈ, ਅੱਜ ਜਿਸ ਤਰੀਕੇ ਦੇ ਨਾਲ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਬੈਠੇ ਨੇ, ਜੇ ਤੁਸੀਂ ਉਸ ਨੂੰ ਐਨਾਲਾਈਜ਼ ਕਰਦੇ ਹੋ ਜੀ,
ਤਾਂ ਮੈਂ ਸੋਚਦਾ ਕਿ ਅੱਜ ਦੀ ਇੰਡੀਆ ਦੀ ਹਾਲਤ, ਖਾਸ ਕਰ ਫਾਰਮਰ ਐਜੀਟੇਸ਼ਨ ਦੀ, ਚਾਈਨਾ ਦੇ ਜਿਹੜੀ ਡੂਇੰਗਸ ਆ ਹਿਊਮਨ ਰਾਈਟਸ ਦੇ ਖਿਲਾਫ ਜੀ, ਉਸ ਤੋਂ ਮੱਚ ਜਿਹੜੀ ਬੱਤਰ ਆ ਅੱਜ ਦੀ। ਪਰ ਸਾਡੇ ਕੰਜ਼ਰਵੇਟਿਵ ਵੀਰ ਉਸ ਤੇ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਵੋਟਾਂ ਦੀ ਕਨਵਰਸ਼ਨ ਦੀ ਗੱਲ। ਜੀ ਜੀ। ਸੋ ਮੇਰੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ, ਜੀ, ਸਾਡੇ ਪ੍ਰੋਗਰਾਮ ਦਾ ਮਤਲਬ ਲੋਕਾਂ ਨੂੰ ਜਗਾਉਣਾ ਹੈ, ਬਿਲਕੁਲ ਲੋਕਾਂ ਨੂੰ ਜਾਗਦੇ ਰੱਖਣ ਦੀ ਗੱਲ ਆ। ਤੁਸੀਂ ਪਹਿਲਾਂ ਆਪਣਾ ਕਰੈਕਟਰ ਜਿਹੜਾ ਆ ਪੋਲੀਟੀਕਲ, ਮੈਂ ਪੋਲੀਟੀਕਲ ਕਰੈਕਟਰ ਬਿਲਕੁਲ ਬਿਲਕੁਲ ਜੀ, ਆਪਣਾ ਜਿਹੜਾ ਪੋਲੀਟੀਕਲ ਕਰੈਕਟਰ ਆ ਉਸ ਨੂੰ ਬੈਠ ਕੇ ਡਿਸਕਸ ਕਰੋ ਕਿ ਤੁਸੀਂ ਮੁਲਕ ਟੂ ਮੁਲਕ ਜਿਹੜੀਆਂ ਪਾਲਿਸੀਜ਼ ਵੋਟਾਂ ਲੈਣ ਦੇ ਲਈ ਵਰਤਣੀਆਂ ਨੇ ਉਸ ਨੂੰ ਕਿਵੇਂ ਡਿਫਾਈਨ ਕਰਦੇ ਹੋ। ਫਿਰ ਟਰੂਡੋ ਸਾਹਿਬ ਤੇ ਉਂਗਲ ਚੁੱਕਿਆ ਕਰੋ, ਖਾਸ ਕਰ ਹਿਊਮਨ ਰਾਈਟਸ ਚੱਕਰ ਤੇ। ਜਿੱਥੇ ਟਰੂਡੋ ਸਾਹਿਬ ਗਲਤ ਸਨ, ਅਸੀਂ ਬਿਲਕੁਲ ਉਸ ਸਕੈਂਡਲ ਦੀ ਗੱਲ ਕੀਤੀ, ਬਿਲਕੁਲ ਕਹਿਣਾ ਬੰਦਾ ਜਿੱਥੇ ਗਲਤ ਕਹਿੰਦੇ ਆ ਤੇ ਕਹਿਣਾ ਵੀ ਆ ਜੀ। ਪਰ ਅੱਜ ਜਿਹੋ ਜਿਹਾ ਤੁਸੀਂ ਇਸ਼ੂ ਚੱਕਦੇ ਹੋ, ਉਹ ਇਸ਼ੂ ਤੁਹਾਡੇ ਕਰੈਕਟਰ ਤੇ ਹਾਸੋਹੀਣੇ ਲੱਗਦੇ ਨੇ ਕਿ ਤੁਸੀਂ ਖੁਦ ਜੋ ਕੁਝ ਭਾਈਵਾਲ ਹੋ ਕੇ ਮਿਡਲ ਈਸਟ ਦੇ ਵਿੱਚ ਕਰਕੇ ਆਏ ਹੋ ਜੀ, ਤੁਸੀਂ ਜੋ ਕੁਝ ਭਾਈਵਾਲ ਹੋ ਕੇ ਟਰੂਡੋ ਸਾਹਿਬ ਦੀ ਇੰਡੀਆ ਫੇਰੀ ਨੂੰ ਲੈ ਕੇ ਕੀਤਾ, ਬਿਲਕੁਲ ਤੁਸੀਂ ਕਿਤੇ ਕੈਨੇਡੀਅਨ ਸਿਸਟਮ ਦੇ ਵਿੱਚ ਆਪਣਾ ਕਰੈਕਟਰ ਜਿਹੜਾ ਆ ਉਹ ਕੈਨੇਡੀਅਨ ਸੋਲਿਡਰਿਟੀ ਆਫ ਦਾ ਪੋਲੀਟੀਕਲ ਅਲਾਈਅੰਸਸ ਤੋਂ ਉੱਪਰ ਉੱਠ ਕੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਮ ਸੇ ਕਮ ਪੋਲੀਟੀਕਲ ਓਪੀਨੀਅਨ ਨੂੰ ਸੈਪਰੇਟ ਰੱਖੋ, ਪਰ ਜਿੱਥੇ ਹਿਊਮਨ ਰਾਈਟਸ ਦੀ ਗੱਲ ਆਉਂਦੀ ਆ ਜੀ ਜੀ, ਉੱਥੇ ਆ ਕੇ ਕੈਨੇਡਾ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ। ਕੈਨੇਡਾ ਇੱਕ ਵਿਸ਼ਾਲ ਮੁਲਕ ਹੈ ਤੇ ਮੈਂ ਸਮਝਦਾ ਜੇ ਬਾਕੀ ਚੀਜ਼ਾਂ ਤੇ ਬਹੁਤ ਡਿਫਰੈਂਸਿਸ ਵੀ ਲੋਕਾਂ ਦੇ ਹੋਣ ਜੀ, ਪਰ ਟਰੂਡੋ ਸਾਹਿਬ ਦੀ ਹਿਊਮਨ ਰਾਈਟਸ ਤੇ ਤਾਂ ਹਿਊਮੈਨਿਟੀ ਦੇ ਪੱਖੋਂ ਉਹਨਾਂ ਦੇ ਕਰੈਕਟਰ ਤੇ ਸ਼ੱਕ ਕਰਨੀ, ਇਹ ਲੱਗਦਾ ਕਿ ਕੈਨੇਡੀਅਨ ਕਨਸਟੀਟਿਊਸ਼ਨ ਨੂੰ ਦੁਬਾਰਾ ਰਿਵਾਈਜ਼ ਕਰਕੇ ਸ਼ੱਕ ਕਰਨ ਵਾਲੀ ਗੱਲ ਹੈ। ਕਿਉਂਕਿ ਤੁਸੀਂ ਤੇ ਇਹ ਵੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਕਾਮਾਗਾਟਾ ਮਾਰੂ ਕਿਤੇ ਗਲਤ ਹੋਇਆ ਜੀ, ਤੁਸੀਂ ਤੇ ਇਹ ਵੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਕਿਤੇ ਇੰਡੀਜੀਅਸ ਲੋਕਾਂ ਦੇ ਨਾਲ ਧੱਕਾ ਹੋਇਆ। ਇਹ ਖਾਸ ਕਰਕੇ ਹੋਰਾਂ ਚੀਜ਼ਾਂ ਤੇ ਜਿੱਥੇ ਟਰੂਡੋ ਸਾਹਿਬ ਗਲਤ ਹੋਣ ਉੱਥੇ ਜ਼ਰੂਰ ਉਹਨਾਂ ਨਾਲ ਪੋਲੀਟੀਕਲ ਲੜਾਈ ਲੜੋ ਜੀ, ਪਰ ਹਿਊਮੈਨਿਟੀ ਤੇ ਹਿਊਮਨ ਰਾਈਟਸ ਤੇ ਜਿੱਥੇ ਤੁਹਾਡੀ ਆਪਣੀ ਚਾਦਰ ਤੇ ਦਾਗ ਹੈ ਉੱਥੇ ਦੂਜੇ ਦੀ ਚਾਦਰ ਨੂੰ ਗੰਦਾ ਕਰਨ ਦੀ ਕੋਸ਼ਿਸ਼ ਨਾ ਕਰੋ। ਟਰੂਡੋ ਸਾਹਿਬ ਨੇ ਹੋਰ ਕੋਈ ਵੀ ਗਲਤੀ ਕੀਤੀ ਹੋ ਸਕਦੀ ਆ, ਪਰ ਮਨੁੱਖਤਾ ਦੇ ਲਈ ਤੇ ਹਿਊਮਨ ਰਾਈਟਸ ਦੇ ਲਈ ਉਹਨਾਂ ਦੀ ਚਾਦਰ ਚਿੱਟੀ ਹੈ। ਜੀ, ਬਹੁਤ ਬਹੁਤ ਮਿਹਰਬਾਨੀ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। ਸਰੋਤਿਓ, ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਆਪਣਾ ਫੀਡਬੈਕ ਜ਼ਰੂਰ ਦਿਓ। ਬਹੁਤ ਜਲਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਜਾਗਦੇ ਰਹੋ ਪ੍ਰੋਗਰਾਮ ਲੈ ਕੇ। ਸਤਿ ਸ੍ਰੀ ਅਕਾਲ।